ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਅਦੁੱਤੀ ਗੁਰੂ ਨਾਨਕ ਦੇਵਾ, ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਨਿਰਵਾਰੇ। ਪੁਰਖ ਗੁਰੂ ਅਰਜਨ ਸੁਖਦਾਨੀ, ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ, ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ, ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ, ਵਾਹਿਗੁਰੂ ਬੰਧਨ ਭਗਵਾਨਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਵੈ। ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਵੈ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਵੈ ਜੀ। ਭਾਗੀ ਪਾਵੈ ਜੀ, ਕੋ ਵੱਡ ਭਾਗੀ ਪਾਵੈ। ਵੱਡ ਭਾਗੀ ਪਾਵੈ ਜੀ, ਵੱਡ ਭਾਗੀ ਪਾਵੈ ਜੀ। ਵੱਡ ਭਾਗੇ ਪਾਵੈ, ਕੋ ਵੱਡ ਭਾਗੇ ਪਾਵੈ। ਵੱਡ ਭਾਗੀ ਪਾਵੈ ਜੀ, ਕੋ ਵੱਡ ਭਾਗੀ ਪਾਵੈ ਜੀ। का मार्ग धर्म की पौड़ी, को वड भागी। का मार्ग धर्म की पौड़ी, को वड भागी पावै जी।
मार्ग धर्म की पौड़ी। गुरपुरै कृपा तारी, प्रभ पूरी लोच हमारी। कर स्नान गृह आए, आनंद मंगल सुख पाए। संत हो राम नाम निस्तरिय, उठत बैठत हर हर ध्याइयै। अन दिन सो किरत करियै रहाओ, संत का मार्ग धर्म की पौड़ी। को वड भागी पाए, कोट जन्म के किल विख नास है। हर चरनी चित लाए, उस्तत करो सदा प्रभ अपने। जिन पूरी कल राखी, जी जंत सब भय पवित्रा। सतगुर की सच साखी, विघ्न विनाशन सब दुख नासन। सतगुर नाम दिरड़ाया, खोए पाप भय सब पावण। जन नानक सुख घर आया, संत का मार्ग धर्म की पौड़ी। को वड भागी पाए, संत का मार्ग धर्म की पौड़ी। को वड भागी पाए। मार्ग धर्म की पौड़ी। को वड भागी, संत का मार्ग धर्म की पौड़ी। को वड भागी पाए। परम सत्कारयोग सतगुਰਾਂ ਦੀ ਸਾਜੀ ਨਵਾਜੀ। गुरु का खास रूप गुरु खालसा साध संगत जी। दूरों नेड़े चल के ब्रह्म ज्ञानी, सब सृष्ट का करता। ब्रह्म ज्ञानी सद जीवै नहीं मरता। महापुरुषां दे पवित्र स्थान अंगीठा साहिब पहुँच के हाजरा हजूर जहरा जहूर सर्व कला भरपूर बाणी के बोहित गुरुआं दा गुरु धन 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 गुरु ग्रंथ साहिब महाराज की पावन पवित्र हजूरी विच पहुँच के काफ़ी समय तो हुण ढाडी हर प्रभ कसम का नित गावे हर गुण छंता। ढाडी सिंघां तो गुरु का इतिहास वारां राही सरवण कीता है। बड़ा आनंदमई समा बनया होया सी, पर समा किसी दी लिहाज नहीं करता है।
ਸਤਿਕਾਰਯੋਗ ਬਾਬਾ ਹਰਵਿੰਦਰ ਸਿੰਘ ਜੀ ਕਈ ਵਾਰੀ ਮਿਲੇ, ਕਈ ਵਾਰੀ ਵਿਚਾਰਾਂ ਹੋਈਆਂ, ਪਰ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ, ਇਹਨਾਂ ਨੇ ਕਿਰਪਾ ਕੀਤੀ, ਸਾਨੂੰ ਇਸ ਸਥਾਨ ਦੇ ਤੇ ਗੁਰੂ ਕੀ ਸੰਗਤ ਦੇ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਹਾਜ਼ਰੀ ਭਰਨ ਦਾ, ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਥੋੜਾ ਜਿਹਾ ਸਮਾਂ ਸੰਗਤ ਦੇ ਦਰਸ਼ਨ ਕਰਨੇ ਆ, ਫਿਰ ਮਹਾਂਪੁਰਸ਼ਾਂ ਨੇ ਆਪ ਸੰਗਤਾਂ ਨੂੰ ਅਮੋਲਕ ਬਚਨ ਸੁਣਾਉਣੇ ਆ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਸਤਿਗੁਰਾਂ ਦੇ ਕੀਤੇ ਹੋਏ ਸਾਡੇ ਉੱਤੇ ਪਰਉਪਕਾਰ, ਉਹਨਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਦੇ ਕੀਤੇ ਹੋਏ ਹੁਕਮ ਆਪਣੇ ਜੀਵਨ 'ਚ ਕਮਾਉਣ ਵਾਸਤੇ ਇਹ ਮਹਾਂਪੁਰਸ਼ ਸਮਾਗਮ ਰੱਖਦੇ ਆ, ਜੀਵਾਂ ਦੇ ਭਲੇ ਵਾਸਤੇ। ਕਿਉਂਕਿ ਇਹ ਤਾਂ ਆਪਣੇ ਆਸਣ ਤੇ ਬੈਠ ਕੇ ਵੀ ਸਿਮਰਨ ਭਜਨ ਨਿਤਨੇਮ ਕਰਦੇ ਰਹਿੰਦੇ ਨੇ, ਪਰ ਸਾਡੇ ਭਲੇ ਵਾਸਤੇ ਏਡੇ ਏਡੇ ਸਮਾਗਮ ਰੱਖਣੇ, ਕਈ ਰੋਜ਼ਾ ਸਮਾਗਮ, ਜਿਹਦੇ ਵਿੱਚ ਨੇਕਾਂ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ, ਗੁਰੂ ਘਰ ਦੇ ਕਥਾਵਾਚਕ, ਗੁਰੂ ਘਰ ਦੇ ਮਹਾਂਪੁਰਸ਼, ਜਿਵੇਂ ਰਾਤ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ, ਉਹ ਹਾਜ਼ਰੀ ਭਰ ਕੇ ਗਏ ਨੇ, ਸੰਗਤਾਂ ਨੂੰ ਨਿਹਾਲ ਕਰਕੇ ਗਏ ਨੇ। ਸੋ ਹੋਰ ਵੀ ਨੇਕਾਂ ਮਹਾਂਪੁਰਸ਼ਾਂ ਨੇ, ਨੱਥੂ ਮਾਜਰੇ ਵਾਲੇ ਮਹਾਂਪੁਰਸ਼ਾਂ ਨੇ 31 ਤਰੀਕ ਨੂੰ ਹਾਜ਼ਰੀ ਭਰੀ। ਕਿਉਂਕਿ ਇਹੋ ਜਿਹੇ ਸਮਾਗਮਾਂ ਵਿੱਚ ਬੜੇ ਅਮੋਲਕ ਵਿਚਾਰ, ਬੜੇ ਅਮੋਲਕ ਬਚਨ ਸੁਣਨ ਨੂੰ ਮਿਲਦੇ ਨੇ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਸੋ ਸੱਚੇ ਪਾਤਸ਼ਾਹ ਨੇ, ਗੁਰੂ ਸਾਹਿਬਾਨਾਂ ਨੇ ਤਾਂ ਸਾਡੇ ਤੇ ਪਰਉਪਕਾਰ ਕੀਤਾ ਹੈ। ਅੱਗੇ ਮਹਾਂਪੁਰਸ਼ਾਂ ਨੂੰ ਲਾਈ ਹੋਈ ਡਿਊਟੀ, ਉਹ ਵੀ ਦਿਨ ਰਾਤ ਪਰਉਪਕਾਰ, ਨਿਤ ਚਿਤਵਤੇ ਨਾਹੀ ਕਛ ਪੋਚ। ਉਹਨਾਂ ਦਾ ਹੋਰ ਕੋਈ ਮਨੋਰਥ ਨਹੀਂ ਹੈ, ਕੇਵਲ ਤਾਂ ਕੇਵਲ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ। ਮਹਾਂਪੁਰਸ਼ਾਂ ਨੇ, ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੇ ਮਹਾਂਪੁਰਸ਼ਾਂ ਨੇ ਇਹ ਇਲਾਕੇ ਦੇ ਭਲੇ ਵਾਸਤੇ ਹਰ ਸਾਲ ਦੀ ਤਰ੍ਹਾਂ ਮਾਘ ਦੇ ਮਹੀਨੇ ਵਿੱਚ ਇਹ ਕਈ ਰੋਜ਼ਾ ਸਮਾਗਮ ਰੱਖਿਆ। ਸੋ ਸਾਰੀਆਂ ਸੰਗਤਾਂ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਥਾਂ ਥਾਂ ਤੇ ਲੰਗਰ ਚੱਲ ਰਹੇ ਨੇ। ਇਹ ਪਰਉਪਕਾਰ ਸਾਡੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੈ। ਪਰਉਪਕਾਰ ਕਹਿੰਦੇ ਨੇ ਆਪਣਾ ਬਿਗਾਰ ਬਰਾਨਾ ਸੰਡ ਹੈ। ਆਪਣਾ ਵਿਗਾੜ ਦੇਣਾ ਤੇ ਦੂਜੇ ਦਾ ਸਵਾਰ ਦੇਣਾ, ਆਪ ਦੁਖੀ ਹੋ ਜਾਣਾ ਤੇ ਦੂਜੇ ਨੂੰ ਸੁਖੀ ਕਰ ਦੇਣਾ। ਇਹ ਪਰਉਪਕਾਰ ਕਹਿੰਦੇ ਨੇ। ਵੈਸੇ ਕਹਿਣਾ ਬੜਾ ਸੌਖਾ ਹੈ, ਪਰਉਪਕਾਰ ਕਰਨਾ ਬੜਾ ਔਖਾ ਹੈ।
ਜੇ ਪਰਉਪਕਾਰ ਦੀ ਡੈਫੀਨੇਸ਼ਨ ਪੁੱਛਣੀ ਹੈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕਰਨੀ ਪਏਗੀ ਕਿ ਭਾਈ ਸਾਹਿਬ ਜੀ ਇੱਥੇ ਤੱਕ ਕੋਈ ਪਾਣੀ ਪਿਆ ਕੇ ਵੀ ਕਹਿੰਦਾ ਮੈਂ ਪਰਉਪਕਾਰੀ ਹਾਂ, ਤੇ ਕਿਰਪਾ ਕਰਕੇ ਦੱਸੋ। ਫਿਰ ਉਹ ਕਈ ਪ੍ਰਮਾਣ ਦਿੰਦੇ ਆ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਬਿਰਖ ਹੈ ਪਰਉਪਕਾਰੀ ਹੈ। ਪਹਿਲਾਂ ਗਰਮੀ ਸਰਦੀ ਝੱਖੜ ਝੋਲੇ ਆਪਣੇ ਸਰੀਰ ਤੇ ਝੱਲਦਾ ਹੈ, ਫਿਰ ਇਹਨੂੰ ਫਲ ਲੱਗਦੇ ਨੇ। ਲੋਕੀ ਪੱਥਰ ਮਾਰ ਮਾਰ ਕੇ ਫਲ ਤੋੜਦੇ ਨੇ, ਵੱਟੇ ਮਾਰ ਮਾਰ ਲੋਕਾਂ ਤੋਂ ਵੱਟੇ ਖਾ ਲੈਂਦਾ ਹੈ ਤੇ ਮਿੱਠੇ ਫਲ ਦਿੰਦਾ ਹੈ। ਔਖਾ ਕੰਮ ਹੈ ਵੈਸੇ, ਕੋਈ ਵੱਟਾ ਮਾਰੇ ਤੇ ਅੱਗੋਂ ਨੂੰ ਮਿੱਠਾ ਫਲ ਦੇਵੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਂਦ। ਸਤਿਪੁਰਸ਼ਾਂ ਦਾ ਜੀਵਨ ਵੀ ਰੁੱਖਾਂ ਨਾਲ ਮਿਲਦਾ ਹੁੰਦਾ ਹੈ। ਰੁੱਖ ਆਪਣੀ ਛਾਵੇਂ ਨਹੀਂ ਬੈਠਦਾ, ਰੁੱਖ ਆਪਣੇ ਫਲ ਨਹੀਂ ਖਾਂਦਾ, ਉਹਦੀ ਛਾਂ ਵੀ ਦੂਜਿਆਂ ਵਾਸਤੇ ਹੁੰਦੀ ਹੈ ਤੇ ਉਹਦੇ ਫਲ ਵੀ ਦੂਜਿਆਂ ਵਾਸਤੇ ਹੁੰਦੇ। ਮਹਾਂਪੁਰਸ਼ਾਂ ਦਾ ਜੀਵਨ ਵੀ ਸਾਰਾ ਦੂਜਿਆਂ ਵਾਸਤੇ ਹੁੰਦਾ। ਸਾਧ ਸੰਗਤ ਜੀ, ਜਿੰਨਾ ਚਿਰ ਖੜਾ ਰਹਿੰਦਾ ਹੈ, ਲੋਕਾਂ ਤੋਂ ਵੱਟੇ ਖਾਂਦਾ ਹੈ ਤੇ ਮਿੱਠੇ ਫਲ ਦਿੰਦਾ ਹੈ, ਫਿਰ ਉਹਨੂੰ ਵੱਢਿਆ ਜਾਂਦਾ ਹੈ। ਜਦੋਂ ਕੁਹਾੜੇ ਨਾਲ ਟੱਕ ਮਾਰਿਆ ਉਹਦੀ ਜੜ੍ਹ ਵਿੱਚ, ਉਹ ਕੁਹਾੜੇ ਵਿੱਚ ਜਿਹੜਾ ਦਸਤਾ ਪਾਇਆ ਸੀ, ਪੀਨ ਪਾਇਆ ਸੀ, ਉਹ ਇਸੇ ਰੁੱਖ ਦੇ ਨਾਲ ਇੱਕ ਟਾਹਣ ਵੱਢ ਕੇ ਉਹ ਦਸਤਾ ਪਾਇਆ ਗਿਆ ਸੀ ਤੇ ਉਸੇ ਰੁੱਖ ਨੂੰ ਹੀ ਵੱਢਣ ਵਾਸਤੇ ਆਇਆ। ਸੋ ਬੇਨਤੀ ਹੈ, ਅੱਜ ਖਤਰਾ ਆਪਣਿਆਂ ਤੋਂ ਜ਼ਿਆਦਾ ਹੈ। ਜਦੋਂ ਆਪਣਾ ਟੱਕ ਮਾਰਦਾ ਹੈ, ਉਹ ਖੂਨ ਵਗਦਾ ਨਹੀਂ, ਦਰਦ ਜ਼ਿਆਦਾ ਹੁੰਦਾ ਹੈ। ਜਦੋਂ ਆਪਣਾ ਬੁਰਾਈ ਕਰਦਾ ਹੈ, ਦਿਸਦੀ ਨਹੀਂ ਹੈ, ਕਹਿੰਦੇ ਇਹ ਤਾਂ ਆਪਣਾ ਸੀ, ਪਰ ਉਹ ਪੀੜਾ ਜ਼ਿਆਦਾ ਕਰਦਾ ਹੁੰਦਾ ਹੈ। ਅੱਜ ਖਤਰਾ ਆਪਣਿਆਂ ਤੋਂ ਹੈ, ਬਗਾਨਿਆਂ ਤੋਂ ਨਹੀਂ ਹੈ। ਵੈਸੇ ਜੇ ਇਤਿਹਾਸ ਦੀ ਵਿਚਾਰ ਕਰੀਏ ਤਾਂ ਸਾਡਾ ਆਪਣਾ ਜ਼ਿਆਦਿਆਂ ਨੇ, ਆਪਣਿਆਂ ਨੇ ਨੁਕਸਾਨ ਕੀਤਾ ਹੋਇਆ। ਜਦੋਂ ਦਾ ਸੰਸਾਰ ਬਣਿਆ ਤੇ ਜਿੰਨਾ ਚਿਰ ਰਹੇਗਾ, ਇਹ ਦੋ ਗੱਲਾਂ ਇਕੱਠੀਆਂ ਰਹਿਣਗੀਆਂ, ਗਦਾਰੀ ਤੇ ਵਫਾਦਾਰੀ। ਕੌਮ ਦੇ ਵਫਾਦਾਰ ਵੀ ਪੈਦਾ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ, ਤੇ ਕੌਮ ਨਾਲ ਗਦਾਰੀ ਕਰਨ ਵਾਲੇ ਵੀ ਪੈਦਾ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ। ਸਿੱਖਾਂ ਨੂੰ ਫੜਾਉਣ ਵਾਲੇ ਸਿੱਖ ਸਰਕਾਰਾਂ ਤੋਂ ਜੰਗੀਰਾਂ ਤੇ ਮਾਇਆ ਲੈ ਕੇ ਸਿੱਖਾਂ ਨੂੰ ਫੜਾਉਂਦੇ ਰਹੇ, ਸਰਕਾਰਾਂ ਦੇ ਟੌਟ ਬਣ ਕੇ। ਇਸ ਕਰਕੇ ਅੱਜ ਆਪਣੇ ਬਗਾਨੇ ਨੇ ਤੇ ਬਗਾਨੇ ਆਪਣੇ ਆ। ਉਹਨੂੰ ਵੱਢ ਕੇ ਦਰਖਤ ਨੂੰ ਫਿਰ ਚੀਰਿਆ ਗਿਆ ਆਰੇ ਨਾਲ। ਇਹ ਭਾਈ ਗੁਰਦਾਸ ਜੀ ਦੇ ਵਚਨ ਨੇ। ਆਰੇ ਨਾਲ ਚੀਰ ਕੇ ਫਿਰ ਉਹ ਫੱਟੇ ਬੇੜੀ ਨਾਲ ਲਾਏ, ਤੋ ਬੇੜੀ ਫੇਰ ਮੁਸਾਫਰਾਂ ਨੂੰ ਪਾਰ ਕਰ ਰਹੀ ਹੈ। ਸਰੀਰ ਦੇ ਹੁੰਦਿਆਂ ਵੀ ਪਰਉਪਕਾਰ ਕਰਦੇ ਰਹੇ, ਤੇ ਹੁਣ ਸਰੀਰ ਨਹੀਂ ਹੈ ਫਿਰ ਵੀ ਪਰਉਪਕਾਰ। ਸਫਲ ਬਿਰਖ ਫਲ ਦੇਤ ਜੋ ਪਾਖਾਨ ਮਾਰੇ। ਪਾਖਾਨ ਪੱਥਰ ਨੂੰ ਕਹਿੰਦੇ ਨੇ। ਪਖਾਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੀ ਕੋ ਮਾਤਰੇ ਜੀ ਡਰਾਹੀ। ਬਾਣੀ ਚ ਮਹਾਰਾਜ ਨੇ ਪੱਥਰ ਨੂੰ ਪਾਖਾਨ ਲਿਖਿਆ।
ਵੱਟੇ ਖਾਂਦਾ ਤੇ ਮਿੱਠੇ ਫਲ ਦਿੰਦਾ। ਜਦੋਂ ਵੱਢਿਆ ਜਾਂਦਾ ਆਰੇ ਨਾਲ ਚੀਰ ਕੇ ਫਿਰ ਮੁਸਾਫਰਾਂ ਨੂੰ ਪਾਰ ਲੰਘਾਉਂਦਾ। ਪਰਉਪਕਾਰ ਕਰਨਾ ਕਹਿਣਾ ਸੌਖਾ ਬਹੁਤ ਹੈ। ਇਹ ਗੁਰੂਆਂ ਦੇ ਜਾਂ ਸਤਿਪੁਰਸ਼ਾਂ ਦੇ ਹਿੱਸੇ ਵਿੱਚ ਹੀ ਆਇਆ। ਜਿਨ੍ਹਾਂ ਨੇ ਕਿਸੇ ਨੇ ਪਾਣੀ ਪਾਇਆ ਉਹਦਾ ਲਹੂ ਨਹੀਂ ਪੀ ਲੈਂਦੇ ਜਿੰਨਾ ਚਿਰ ਉਹਦੀ ਜਾਨ ਨਹੀਂ ਛੱਡਦੇ। ਦੂਜਾ ਪ੍ਰਮਾਣ ਦਿੰਦੇ ਨੇ ਭਾਈ ਸਾਹਿਬ, ਜਿਹੜਾ ਸੁੱਚਾ ਮੋਤੀ ਹੁੰਦਾ ਹੈ ਉਹ ਸਿੱਪੀ 'ਚ ਬਣਦਾ ਹੈ। ਅਸਲੀ ਸੁੱਚਾ ਮੋਤੀ ਹੈ ਜਿਹੜਾ ਉਹ ਸਿੱਪੀ 'ਚ ਬਣਦਾ ਹੈ। ਸਿੱਪੀ ਦਾ ਪਹਿਲਾ ਮੂੰਹ ਖੁੱਲ੍ਹਾ ਹੁੰਦਾ ਹੈ, ਕਿਸੇ ਦਰਿਆ ਦੇ ਕੰਢੇ ਤੇ ਪਈ ਹੁੰਦੀ ਹੈ, ਬਾਰਿਸ਼ ਪੈਂਦੀ ਹੈ, ਸਵਾਂਤੀ ਬੂੰਦ ਗਿਰਦੀ ਹੈ ਉਹਦੇ ਵਿੱਚ, ਬੰਦ ਹੋ ਜਾਂਦੀ ਹੈ। ਉਹ ਸਵਾਂਤੀ ਬੂੰਦ ਸਿੱਪੀ 'ਚ ਗਿਰਦੀ ਹੈ ਤੇ ਸੁੱਚਾ ਮੋਤੀ ਬਣਦਾ ਹੈ। ਉਹ ਸਵਾਂਤੀ ਬੂੰਦ ਕੇਲੇ ਤੇ ਗਿਰਦੀ ਹੈ ਤੇ ਕਪੂਰ ਬਣ ਜਾਂਦਾ ਹੈ। ਉਹ ਸਵਾਂਤੀ ਬੂੰਦ ਕਿਤੇ ਗਿੱਦੜ ਦੇ ਸਿਰ 'ਚ ਡਿੱਗ ਪਏ ਤੇ ਉਹ ਹਲਕ ਜਾਂਦਾ ਹੈ। ਹੁਣ ਬੂੰਦ ਤਾਂ ਉਹੀ ਹੈ, ਕਈਆਂ ਨੂੰ ਜੀਵਨ ਦਿੰਦੀ ਹੈ ਤੇ ਕਈਆਂ ਦਾ ਜੀਵਨ ਵਿਅਰਥ ਹੋ ਜਾਂਦਾ ਹੈ। ਇਹ ਗੁਰੂ ਕੀ ਬਾਣੀ ਗੁਰਮੁਖਾਂ ਵਾਸਤੇ ਤਾਂ ਆਨੰਦਦਾਇਕ ਹੈ, ਸੁਖਦਾਇਕ ਹੈ, ਰਸਦਾਇਕ ਹੈ, ਪਰ ਸਾਖਤ ਬੰਦਿਆਂ ਵਾਸਤੇ ਕਿ ਮਹਾਂਪੁਰਸ਼ ਹਰੇਕ ਸਾਲ ਹੀ ਆ ਸਮਾਗਮ ਰੱਖ ਲੈਂਦੇ ਆ, ਮਹਾਂਪੁਰਸ਼ਾਂ ਨੂੰ ਸੱਦਦੇ ਨੇ, ਕੋਈ ਤੁੰਬੇ ਵਾਲਾ ਸੱਦ ਲਿਆ ਕਰਨ, ਇਕੱਠ ਵੀ ਜ਼ਿਆਦਾ ਹੋਇਆ ਕਰੇ। ਇਹ ਭਗਤ ਕਬੀਰ ਜੀ ਦਾ ਵਚਨ ਹੈ ਕਿ ਸਾਖਤ ਬੰਦਿਆਂ ਨੂੰ ਗੁਰੂ ਕੀ ਬਾਣੀ ਚੰਗੀ ਨਹੀਂ ਲੱਗਦੀ। ਜਿੱਥੇ ਲੋਕ ਨਿੰਦਿਆ, ਵਕੀਲੀ, ਚੁਗਲੀਆਂ, ਉੱਥੇ ਜਾ ਕੇ ਬੈਠਦੇ ਨੇ। ਸਾਰੀ ਸੰਗਤ ਰਸਨਾ ਪਵਿੱਤਰ ਕਰਿਆ ਕਰੋ ਸ਼ਬਦ ਵਿੱਚ ਬੋਲ ਕੇ। ਸਤ ਸੰਗ ਪਾਪੀਆਂ ਨੂੰ ਨਾ ਭਾਵੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਸੰਗ ਪਾਪੀਆਂ ਨੂੰ ਨਾ, ਹਰੀ ਦੀ ਕਥਾ ਚੰਗੀ ਨਾ ਲੱਗੇ। ਹਰੀ ਦੀ ਕਥਾ ਦੀ ਚੰਗੀ ਨਾ ਲੱਗੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਸਤ ਸੰਗ ਪਾਪੀਆਂ ਨੂੰ ਨਾ, ਪਾਪੀਆਂ ਨੂੰ ਨਾ ਭਾਵੇ ਜੀ, ਹਰੀ ਦੀ ਕਥਾ ਚੰਗੀ ਨਾ। ਸਤ ਸੰਗ ਪਾਪੀਆਂ ਨੂੰ ਨਾ ਭਾਵੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਉਹ ਹਰੀ ਦੀ ਕਥਾ ਚੰਗੀ ਨਾ ਲੱਗੇ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਜੈ ਬਿਗੰਧ ਤੈ ਜਾਏ।
ਭਗਤ ਕਬੀਰ ਜੀ ਕਹਿੰਦੇ ਜਿੰਨਾ ਮਰਜੀ ਕਿਉੜਾ ਛਿੜਕ ਲੋ, ਅਤਰ ਛਿੜਕ ਲੋ, ਮੱਖੀ ਨਹੀਂ ਉੱਥੇ ਰਹਿੰਦੀ ਕਦੇ ਵੀ। ਉੱਥੇ ਜਾਏਗੀ ਜਿੱਥੇ ਗੰਦਗੀ ਦਾ ਢੇਰ ਹੋਵੇਗਾ। ਸਾਖਤ ਬੰਦਿਆਂ ਨੂੰ ਗੁਰੂ ਕੀ ਬਾਣੀ, ਗੁਰੂ ਕੀ ਸੰਗਤ, ਗੁਰੂ ਕੀ ਸੇਵਾ ਚੰਗੀ ਨਹੀਂ ਲੱਗਦੀ ਹੈ। ਉੱਥੇ ਜਾ ਕੇ ਝੁੰਡ ਬਣਾ ਕੇ ਬਹਿੰਦੇ ਨੇ ਜਿੱਥੇ ਨਿੰਦਿਆ ਹੋ ਰਹੀ ਹੈ, ਚੁਗਲੀਆਂ ਹੋ ਰਹੀਆਂ, ਝੱਖ ਮਾਰਿਆ ਜਾ ਰਿਹਾ। ਇਸ ਕਰਕੇ ਇਹ ਵੀ ਵੱਡੇ ਭਾਗ ਹੋਣ ਜਿਨ੍ਹਾਂ ਦੇ, ਉਹਨਾਂ ਨੂੰ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਅਰਬਾਂ ਪਤੀ ਨੂੰ ਵਡਭਾਗੀ ਨਹੀਂ ਲਿਖਿਆ ਬਾਣੀ 'ਚ ਕਿ ਜਿਹੜਾ ਅਰਬਾਂ ਪਤੀ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ। ਕਿਸੇ ਲੈਣ ਲਾਡ ਨੂੰ ਬਾਣੀ 'ਚ ਵਡਭਾਗੀ ਨਹੀਂ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਕਿਸੇ ਰਾਜੇ ਮਹਾਰਾਜੇ ਨੂੰ ਵਡਭਾਗੀ ਨਹੀਂ ਆਖਿਆ ਹੈ। ਆਖਿਆ ਜਿਹੜੇ ਗੁਰੂ ਕੀ ਸੰਗਤ ਕਰਦੇ ਆ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਪੀ 'ਚ ਬਣਦਾ ਸੁੱਚਾ ਮੋਤੀ। ਜਦ ਸਵਾਂਤੀ ਬੂੰਦ ਗਿਰਦੀ ਬੰਦ ਹੋ ਕੇ ਸਮੁੰਦਰ ਦੀ ਡੂੰਘੀ ਤਹਿ 'ਚ ਚਲੀ ਜਾਂਦੀ ਹੈ। ਉਹ ਖੋਜੀ ਕੱਢਣ ਵਾਲੇ ਕੱਢ ਕੇ ਉਹਨੂੰ ਸਿੱਪੀ ਨੂੰ ਪੱਥਰ ਮਾਰ ਕੇ ਉਹਨੂੰ ਭੰਨਦੇ, ਉਹਦਾ ਮੂੰਹ ਭੰਨ ਦਿੰਦੇ ਆ। ਪੱਥਰ ਖਾ ਕੇ ਸਿੱਪੀ ਉਹਦੇ ਵਜਾਨੇ 'ਚ ਕੀਮਤੀ ਸੁੱਚਾ ਮੋਤੀ ਦੇ ਦਿੰਦੀ ਹੈ। ਪੱਥਰ ਖਾ ਲੈਂਦੀ ਹੈ ਤੇ ਉਲਟਾ ਉਹਨੂੰ ਸੁੱਚਾ ਮੋਤੀ ਦੇ ਦਿੰਦੀ ਹੈ। ਸਾਧ ਸੰਗਤ ਜੀ, ਕਹਿਣਾ ਸੌਖਾ ਹੈ, ਵੈਸੇ ਪਰਉਪਕਾਰ ਕਰਨਾ ਬੜਾ ਔਖਾ ਹੈ। ਤੀਜਾ ਜਿਹੜਾ ਮਾਣਕ ਮੋਤੀ ਹੁੰਦੇ ਆ, ਮਾਣਕ ਮੋਤੀ, ਇਹ ਕਿਸੇ ਕੈਮੀਕਲ ਨਾਲ ਨਹੀਂ ਬਣਦੇ। ਇਹ ਪਹਾੜ ਦੇ ਵਿੱਚੋਂ ਖਾਣ ਨਿਕਲਦੀ ਹੈ ਮੋਤੀਆਂ ਦੀ, ਪਰ ਕਿਸੇ ਕਿਸੇ ਪਹਾੜ ਵਿੱਚੋਂ ਖਾਣ ਨਿਕਲਦੀ ਹੈ। ਹਰ ਇੱਕ ਪਹਾੜ ਵਿੱਚ ਮਾਣਕ ਮੋਤੀ ਨਹੀਂ ਹੁੰਦੇ। गज गज में मोती नहीं, गिर गिर मानक नाहे, चंदन तर बन बन नहीं साध न पुर पुर माहे। ये विद्वानां दे बचन ने। हर एक हाथी दे मत्थे च मोती नहीं हुंदा। तुसी हाथी तां बड़े वेखे होणगे, पर किसे हाथी दे मत्थे च मोती नहीं वेख्या होना। किसी लखां हाथियां विचों किसी हाथी दे मत्थे च मोती हुंदा है, हुंदा जरूर है, हर हाथी दे नहीं हुंदा। गिर गिर मानक ना है, हर एक पहाड़ दे विच मानक मोती नहीं हुंदे। किसे किसे पहाड़ विच मानक मोतियां दी खान निकल आउंदी है। चंदन तर बन बन नहीं, हर एक जंगल विच चंदन दा बूटा नहीं हुंदा, किसे किसे जंगल च हुंदा है। बहुता वड्डा नहीं हुंदा साध संगत जी, चंदन दा बूटा बहुता वड्डा नहीं हुंदा। असली चंदन केवल 52 इंच दा हुंदा है। 52 चंदन, उहदा आकार एडा की हुंदा है। गुरु ग्रंथ साहिब महाराज दे कथन अनुसार उहदे विच 2 गुण ने चंदन विच। एक तां चंदन विच सुगंधी हुंदी, जिथे एक चंदन दा बूटा होवे सारे जंगल नूं अपने वर्गा बना दिंदा है, चंदन बना दिंदा है। चंदन का बिरवा भला, बेड़े उठाक पलास, ओए भी चंदन होए रहे बसै जो चंदन पास। ये चंदन विच गुण है। एक चंदन का बूटा जिथे हुंदा सारा जंगल ही चंदन बन जाता है। चंदन बन जाते ने चंदन कुल वसदे जेड़े, चंदन बन जाते ने चंदन कुल वसदे ने जेड़े।
ਚੰਦਨ ਬਣ ਜਾਂਦੇ ਨੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਨੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਜਿਹੜੇ। ਚੰਦਨ ਕੋਲ ਵਸਦੇ ਨੇ ਜਿਹੜੇ, ਚੰਦਨ ਕੋਲ ਵਸਦੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਕੋਲ ਵਸਦੇ ਜਿਹੜੇ। ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ, ਚੰਦਨ ਬਣ ਜਾਂਦੇ, ਚੰਦਨ ਕੋਲ ਵਸਦੇ ਨੇ ਜਿਹੜੇ। वीर चंदन का बिरवा भला, बेड़ियो ढाक भला, ओए पी चंदन होए रहे, बस जो चंदन पास। चंदन विच गुण है, जिथे एक चंदन का बूटा होवे सारे जंगल नूं चंदन बना दिंदा। पर दूजे सलोक विच भगत कबीर जी कहते नहीं, कई इहो ਜਿਹੇ भी हैगे ने जंगल च जिन्हां उत्ते चंदन का भोरा भी असर नहीं हुंदा है। बांस वडाई बूढ़िया, इव मत डूबो कोए, चंदन कै निकटै बसै, बांस सुगंध ना होए। जे बांस दियां जड़ां च सैकड़े ही चंदन उग पैण, वो बांस ही रहिंदा, उह च सुगंध ही नहीं आउंदी है। इहदे विच कसूर बांस दा है जां चंदन दा है? चंदन दा तां काम ही सुगंध ही देना है। जे नहीं महक आई तां फिर बांस दा कसूर है। विद्वानां ने 6 दोष दस्से ने बांस दे विच। ये वैसे समझाया तो आपां नूं ही है, एक बांस दी ते एक चंदन दी उदाहरणा दे के, क्योंकि हर एक वचन बाणी च उदाहरणा दिती हुई है, नाल प्रमाण दिता है कि सुखैन समझ आ जाए। जिवें बच्चों नूं टीचर पढ़ाउंदे आ स्कूलां, छोटे बच्चों नूं उन्हां नूं लक्कड़ दा सेब बना के दिखाउंदे आ, कहते इनू सेब कहते ने, दिखा भी दिता लकड़ का, ते नाल लिख के आख्या इहदा नाम सेब है। समझ आ गई उन्हें। कोई वचन बाणी का पढ़ोगे उहदा नाल प्रमाण दिता होया, उदाहरणा दिती हुई है। ये 2 प्रमाण दिते ने, चंदन दा ते बांस दा। जिहड़ी साडे अंदर नाम दी महक नहीं आउंदी, सुगंधी नहीं आउंदी, तां साडे हिरदे विच 6 दोष ने जिहड़े बांस विच ने। एक तां बांस विश्वासघाती है। जिथे बांस हुंदा है उत्थे रहण वाले लोग 1 फुट डूंगी धरती गोड़ के फेर पैंदे आ। बांस दा सूआ 1 लाख धरती विचों निकलदा है। जिहड़ी चीज उत्ते उहदे विचों दी लंघ जांदा। विश्वासघाती आ। फिर कुल घाती है।
ਜਿਹੜੇ ਜੰਗਲ ਵਿੱਚ ਬਾਂਸ ਹੁੰਦੇ ਆ ਉਸ ਜੰਗਲ ਨੂੰ ਅੱਗ ਲੱਗਦੀ ਹੁੰਦੀ ਹੈ। ਤੇ ਕਿਹੜੇ ਮਹੀਨੇ 'ਚ ਜੰਗਲਾਂ ਨੂੰ ਅੱਗ ਲੱਗਦੀ ਹੈ? ਹੁਣ ਆਪਾਂ ਕਿਹੜਾ ਕਿਸੇ ਸਿਆਣੇ ਨੂੰ ਪੁੱਛਣ ਜਾਣਾ ਹੈ, ਮਹਾਰਾਜ ਦੱਸਿਓ ਜੀ ਕਿਹੜੇ ਮਹੀਨੇ 'ਚ ਅੱਗ ਲੱਗਦੀ ਹੈ ਜੰਗਲ ਨੂੰ? ਅਸੀਂ ਜਿਹੜੇ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਸਮਰੱਥ ਗੁਰੂ ਨੇ ਕੋਈ ਸ਼ੰਕਾ ਸਿੱਖ ਦੇ ਮਨ 'ਚ ਬੇਨਤੀ ਕਰੇ, ਉਂਝ ਪਿਆ ਫਿਰਦਾ ਸ਼ੰਕਿਆ 'ਚ ਤਾਂ ਇਹਦੀ ਮਰਜ਼ੀ ਹੈ, ਪਰ ਸਾਡੇ ਗੁਰੂ ਨੇ ਸਾਨੂੰ ਸ਼ੰਕਿਆਂ 'ਚ ਨਹੀਂ ਪਾਇਆ ਹੈ। ਸੱਚੇ ਪਾਤਸ਼ਾਹ ਨੇ ਪਾਇਆ ਨਹੀਂ ਸਾਨੂੰ, ਤੇ ਸਾਡੇ ਅਜੇ ਸ਼ੰਕੇ ਨਿਕਲੇ ਹੀ ਨਹੀਂ, ਕਿਉਂਕਿ ਸਮਾਂ ਸਾਡਾ ਸੀਮਤ ਜਿਹਾ, ਆਪਾਂ ਵਿਸਤਾਰ ਜ਼ਿਆਦਾ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਕੱਤਕ ਕੂੰਜਾਂ ਚੇਤ ਡੋ ਸਾਵਨ ਬਿਜਲੀਆਂ। ਇਹ ਚੇਤਰ ਦੇ ਮਹੀਨੇ ਦੇ ਵਿੱਚ ਕਦੇ ਇੱਧਰੋਂ ਹਵਾ ਦਾ ਬੁੱਲਾ ਆ ਗਿਆ, ਕਦੇ ਇੱਧਰੋਂ ਆ ਗਿਆ। ਸਾਡੇ ਬਜ਼ੁਰਗ ਗੱਥ ਕਹਿੰਦੇ ਸੀ, ਕੋਈ ਪਾਣੀ ਦੇਖ ਕੇ ਦਿਓ, ਕਦੀ ਹਵਾ ਇੱਧਰੋਂ ਚੱਲ ਪੈਂਦੀ, ਕਦੇ ਉਹ ਝੱਖੜ ਚੱਲਦੇ ਨੇ ਚੇਤਰ ਵਿੱਚ, ਬਾਂਸ ਰਗੜਦੇ ਨੇ ਇੱਕ ਦੂਜੇ ਨਾਲ, ਅੱਗ ਪੈਦਾ ਕਰ ਲੈਂਦੇ, ਆਪ ਸੜ ਜਾਂਦੇ ਨੇ, ਸਾਰਾ ਜੰਗਲ ਸਾੜ ਕੇ ਸੁਆਹ ਕਰ ਦਿੰਦੇ। ਕੁੱਲ ਘਾਤੀ ਹੈ ਬਾਂਸ। ਫਿਰ ਲੰਮਾ ਵੱਧ ਗਿਆ ਹੈ ਪਤਲਾ, ਤੇ ਝੂਮਦਾ ਹੰਕਾਰ ਕਰਦਾ ਹੈ। ਜੇ ਤਾਂ ਆਪਣੀ ਬਿੱਤ ਅਨੁਸਾਰ ਵਧੇ, ਸਫੈਦਾ ਬੜਾ ਉੱਚਾ ਹੁੰਦਾ ਹੈ, ਚੀਲ ਬੜੀ ਉੱਚੀ ਹੁੰਦੀ ਹੈ, ਪਰ ਉਹਨਾਂ ਦੇ ਤਣੇ ਬੜੇ ਮੋਟੇ ਹੁੰਦੇ ਆ। ਜਿੰਨੀ ਕੁ ਕਮਾਈ ਹੋਵੇ, ਜਿੱਡਾ ਕੁ ਭਾਂਡਾ ਹੋਵੇ, ਉਨੀ ਕੁ ਵਸਤੂਤਾ ਵਿੱਚ ਪੈ ਜਾਂਦੀ ਹੁੰਦੀ ਹੈ। ਜੇ ਭਾਂਡਾ ਛੋਟਾ ਹੈ, ਵਸਤੂ ਜ਼ਿਆਦਾ ਹੈ, ਜਾਂ ਤਾਂ ਭਾਂਡਾ ਫਟ ਜਾਏਗਾ ਜਾਂ ਫਿਰ ਵਸਤੂ ਡੁੱਲ ਜਾਏਗੀ। ਆ ਚਾਹ ਪੀਣ ਵਾਲੇ ਨੇ ਆਹੀ ਕੰਮ ਕਰ ਰੱਖਿਆ ਨਾ, ਭਾਂਡਾ ਛੋਟਾ ਸੀ, ਵਡਿਆਈ ਜ਼ਿਆਦਾ ਮਿਲ ਗਈ। ਹੁਣ ਸਾਧ ਸੰਗਤ ਜੀ, ਇਹ ਹੱਕ ਸੱਚ ਦੇ ਨਾਲ ਮੱਥਾ ਲਾ ਕੇ, ਧਰਮ ਦੇ ਨਾਲ ਮੱਥਾ ਲਾ ਕੇ, ਜਿਹੜੀ ਸਰਕਾਰ ਕਿਸੇ ਧਰਮ ਸਥਾਨਾਂ ਤੇ ਧਾਰਮਿਕ ਗੱਲਾਂ ਵਿੱਚ ਇੰਟਰਫੇਅਰ ਕਰਨ ਲੱਗ ਜਾਏ, ਧਾਰਮਿਕ ਮਸਲਿਆਂ 'ਚ ਗਰੀਬ ਤੇ ਮਜ਼ਲੂਮ ਨੂੰ ਤੰਗ ਕਰਨ ਲੱਗ ਜਾਏ, ਤੇ ਸਿਆਣੇ ਕਹਿੰਦੇ ਨੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਫਿਰ ਉਹ ਪਿੰਡ ਵੱਲ ਆਉਂਦਾ ਹੁੰਦਾ ਹੈ। ਇਹ ਨਿਸ਼ਾਨੀ ਹੈ। ਜਦੋਂ ਮਰਨਾ ਹੋਵੇ ਨਾ ਗਿੱਦੜ ਨੇ, ਉਹ ਪਿੰਡ ਕੰਨੀ ਆਉਣ ਲੱਗ ਪੈਂਦਾ ਹੈ, ਤੇ ਫਿਰ ਉਹ ਪੰਜ ਚਾਰ ਫਿਰਦੇ ਨੇ ਟੋਲਾ ਜਿਹਾ ਬਣਾ ਕੇ, ਡੱਗ ਜੇ ਉਹਨਾਂ ਦੀ ਨਿਗਾਹ ਚੜ੍ਹ ਜਾਂਦੇ, ਫਿਰ ਲੀਰ ਕਰਦੇ ਨੇ। ਜਦੋਂ ਸੱਪ ਦੀ ਮੌਤ ਹੁੰਦੀ, ਫਿਰ ਰਾਹ ਤੇ ਬਹਿਣ ਲੱਗ ਪੈਂਦਾ। ਫਿਰ ਇਹ ਕਿਸੇ ਕੁੱਤਕੇ ਵਾਲੇ ਦੇ ਹੱਥ ਚੜ੍ਹ ਜਾਂਦਾ ਹੈ, ਅੰਨ ਘੜਿਆ ਦਾ ਡੰਡਾ, ਉਹਨੂੰ ਕੁੱਤਕਾ ਕਹਿੰਦੇ ਨੇ, ਨਿਹੰਗ ਸਿੰਘ। ਇੱਥੇ ਫੌਜਾਂ ਬੈਠੀਆਂ ਹੋਣਗੀਆਂ ਵਿੱਚ ਜ਼ਰੂਰ, ਕਿਉਂਕਿ ਸਥਾਨ ਵੀ ਨਿਹੰਗ ਸਿੰਘਾਂ ਦਾ ਹੈ ਨਾ। ਬਾਬਾ ਪਾਲਾ ਸਿੰਘ ਸਾਧ ਸੰਗਤ ਜੀ, ਜਿਸ ਕਮਰੇ ਦੇ ਵਿੱਚ ਟੀਵੀ ਦਾ ਮਰੀਜ਼ ਰਹਿ ਜਾਏ, ਟੀਵੀ ਦਾ, ਉਸ ਕਮਰੇ ਦੇ ਵਿੱਚ 1 ਸਾਲ ਤੱਕ ਟੀਵੀ ਦੇ ਜਰਾਸੀਮ ਰਹਿ ਜਾਂਦੇ ਆ। ਆਉਣ ਵਾਲੇ ਸਾਲ ਤੱਕ ਬੰਦੇ ਨੂੰ ਟੀਵੀ ਹੋ ਸਕਦੀ ਹੈ। ਜਿਹੜੇ ਕਮਰੇ ਟਾਈਫਾਇਡ ਦਾ ਮਰੀਜ਼ ਰਹਿ ਜਾਏ, ਉੱਥੇ 1 ਮਹੀਨੇ ਦੇ ਜਰਾਸੀਮ ਰਹਿ ਜਾਂਦੇ ਆ। ਜਿੱਥੇ ਕੋਈ ਤਤ ਬੇਤਾ ਮਹਾਤਮਾ ਬੰਦਗੀ ਕਰ ਜਾਏ, ਰੱਬ ਦਾ ਪਿਆਰਾ, ਉੱਥੇ 1 ਸਦੀ ਤੱਕ ਸ਼ਾਂਤੀ ਦੇ ਜਰਾਸੀਮ ਰਹਿ ਜਾਂਦੇ ਆ। ਇਹ ਉਹ ਧਰਤੀ ਹੈ ਜਿਨ੍ਹਾਂ ਨੇ ਸੈਂਕੜੇ ਖੰਡ ਪਾਠੀ ਬਣਾ ਦਿੱਤੇ। ਉਹ ਪਵਿੱਤਰ ਧਰਤੀ ਜਿੱਥੇ ਅੱਜ ਬਾਣੀ ਦੀਆਂ ਗੂੰਜਾਂ ਪੈਂਦੇ, ਜਿੱਥੋਂ ਡਰਦੇ ਲੋਕ ਲੰਘਦੇ ਨਹੀਂ ਸੀ ਹੁੰਦੇ। ਇਹ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ। ਜਿੱਥੇ ਕੋਈ ਰੱਬ ਦਾ ਪਿਆਰਾ ਬੈਠ ਕੇ ਬੰਦਗੀ ਕਰਦਾ, ਉਹ ਧਰਤੀ ਨੂੰ ਤੀਰਥ ਬਣਾ ਦਿੰਦਾ। 68 ਤੀਰਥ ਜੈ ਸਾਧ ਭਗਤ ਧਰੈ, ਤੈ ਬੈਕੁੰਠ ਜੈ ਨਾਮ ਉਚਰੈ। ਹੁਣ ਬੈਕੁੰਠ ਬਣਿਆ ਹੋਇਆ, ਕੋਈ ਸ਼ੰਕਾ ਕਿਸੇ ਨੂੰ? ਪਰ ਸਾਧ ਸੰਗਤ ਜੀ, ਜਿਹੜੇ ਬਾਂਸ ਨੇ ਲਾਹਾ, ਉਹ ਲੈ ਨਹੀਂ ਸਕਦੇ। ਰਹਿਣਗੇ ਭਾਵੇਂ ਨੇੜੇ ਹੀ,
पर उन्हां च शुभ गुणां दी सुगंध ही नहीं आएगी। वो बांस है जिहड़ा उहनूं हंकार हो गया, पतला सी ज्यादा वध गया, झूलदा है। ते चौथा दोष उहदे विच इह है कि बाहरों चंगा लगदा पर विचों थोथा हो, बांस विचों खाली हुंदा है। पंजवां दोष उहदे च गंढां हुंदियां बांस दियां, ते छेवां दोष छिलतां हुंदियां। हत्थ फेरीए ते छिलत लगदी अपने हत्थ। हुण आपां कहांगे भी बांस नहीं आउंदी, सुगंधी ना आवे, असीं की लैणा? बांस सुगंधी नहीं आउंदी, साडा तां कोई मतलब नहीं बांस नाल। ਇਹ ਆਪਾਂ ਨੂੰ ਸਮਝਾਇਆ, ਜਿੰਨਾ ਚਿਰ ਤੇਰੇ ਹਿਰਦੇ 'ਚ 6 ਦੋਸ਼ ਰਹਿਣਗੇ ਤੇਰੇ ਅੰਦਰੋਂ ਨਾਮ ਦੀ ਮਹਿਕ ਨਹੀਂ ਆ ਸਕਦੀ ਹੈ। ਵਿਸ਼ਵਾਸਘਾਤੀ ਹੈ ਜਿਹੜਾ ਤੇਰੇ ਤੇ ਵਿਸ਼ਵਾਸ ਕਰਦਾ ਹੈ, ਨਿਸ਼ਚਾ ਕਰਦਾ ਹੈ, ਤੇ ਤੂੰ ਉਹਦਾ ਹੀ ਰਗੜਾ ਬਣ ਜਾਂਦਾ। ਫਿਰ ਕੁਲਘਾਤੀ ਹੈ, ਆਪਣਾ ਹੀ ਭਲਾ ਨਹੀਂ ਸੋਚਿਆ ਤੇ ਕਿਸੇ ਦਾ ਭਲਾ ਕਿਵੇਂ ਕਰ ਦੂਗਾ। ਜਿਹਦੀ ਝੋਲੀ 'ਚ ਕੁਛ ਹੋਵੇ ਉਹ ਕੱਢ ਕੇ ਦੂਜੇ ਨੂੰ ਦੇ ਦਿੰਦਾ, ਤੇ ਜਿਹਦੇ ਹੈ ਕੱਖ ਨਹੀਂ ਉਹ ਦੇਗਾ ਕੀ। ਜਿਹਨੇ ਆਪਣੇ ਭਲੇ ਬਾਰੇ ਨਹੀਂ ਸੋਚਿਆ, ਇਹ ਦੱਸੋ ਕਿ ਇਹਦਾ ਸ਼ਰਾਬ ਪੀ ਕੇ ਭਲਾ ਹੋ ਸਕਦਾ? ਤੇ ਜਿਹੜਾ ਆਪਣਾ ਹੀ ਬੁਰਾ ਕਰ ਰਿਹਾ ਉਹ ਕਿਸੇ ਦਾ ਭਲਾ ਕੀ ਕਰੇਗਾ? ਸਾਧ ਸੰਗਤ ਜੀ, ਸਿਆਣੇ ਬੈਠੇ ਹੋ ਸੰਗਤ ਦੇ ਵਿੱਚ, ਪੜ੍ਹੇ ਲਿਖੇ ਸੂਝਵਾਨ, ਅੱਜ ਤੱਕ ਕਿਸੇ ਨੂੰ ਫਾਇਦਾ ਹੋਇਆ ਸ਼ਰਾਬ ਪੀ ਕੇ? ਇੰਨੀ ਸੰਗਤ 'ਚ ਉੱਠ ਕੇ ਕਿਹੜਾ ਕਹਿੰਦਾ ਮੈਨੂੰ ਬੜਾ ਫਾਇਦਾ ਹੋਇਆ। जिन्हें पीती पछताया, पर साध संगत जी किसी बारे की चंगा सोचेगा जिहड़ा अपने बारे नहीं सोच सकता। ते तुसी प्रैक्टिकल करियो, समागम ते आए हो, पीनी किसी ने अपने जी सदके, असीं किहड़ा पैसे देने आ, पर एक प्रैक्टिकल करियो। तुहाडे घर कुत्ता रखिया होना है, उहदे अगे कौली च पा के रख के देख लियो भी पी लेगा कि नहीं। हो है थोड़ी जी खरवी जी गल है, क्योंकि साडे भी बाबा हरविंदर सिंह दे भी इलैक्शन नहीं हुंदे साडे किसी नाल, सानूं हुण वोटां नहीं किसी ने पाणीआं। असीं चौकीदार हां गुरु नानक दे घर दे, असीं होका देना है। जे समागम च आया तुहाडा कोई भला ना होया तां फिर लंगर पानी तां तुसीं रोज छकदे ही हो। साध संगत जी घरे प्रैक्टिकल कर लिओ, कौली च पा के रखिओ ओहदे अगे, जे उहने पी लिया ना ते बाबा जी नूं दस्सिओ कि फोन ते दस दिओ, एवें रौला पाउंदे फिरी जांदे साडे वाला पींदा है। कुत्ता कदे शराब नहीं पीएगा। साध संगत जी, एक बंदा है जिन्हों उत्तम देही मिली है, सब तो मां उत्तम देही, 184 जून विच उत्तम जन्म सो मानस देही। भाई गुरदास जी कहते 84 लाख जून का बादशाह आख्या बाणी च मारनी, इस धरती पर तेरी सिकदारी, अवर जोन तेरी पनिहारी, 184 जोन पाई, मानस को प्रभ दी वड्याई, इस पौड़ी ते जो नर चुकै सो आए जाए दुख पाएंदा। वो बादशाह देही मिली है ते कम की करदा है? आ 84 लाख जून विचों तंबाकू कोई जूनी नहीं खांदी। कौन खांदा है? आ जिहड़ा 84 लाख जून का बादशाह है। ते फिर शरीर बंदियां वाला, गुरु ग्रंथ साहिब महाराज कहंदे काम तेरे बंदियां वाले नहीं हैगे। जाति है मानस दी करदा करतूत पशु दी, ओ जाति है मानस दी करदा करतूत पशु दी। जाति तेरी मानस दी करदा करतूत पशुआं दी, जाति है मानस दी करदा करतूत पशु दी।
करतूत पशु की मानस जात, लोक विचारा करे दिन रात। साध संगत जी, जिहड़ा अपना भला नहीं सोच सकता वो किसी का भला की कर सकता है। कुल घाती ये भी तेरे विच दोष है। तू आप तो जाना, होरां नूं भी कईयां नूं प्रेर प्रेर के उत्ते भी किरपा करी जाना। फिर साध संगत जी, परमात्मा ने सब नूं दिता है ते परमात्मा दा दिता सब नूं मिलिया है। गुरमुख कहंदा सच्चे पातशाह तेरी दात है, दाते नूं याद रखदा है, पर मनमुख हंकार करदा है। दात प्यारी विसरिया दातारा, दाता भुल गया ते हंकार करदा। हों बंधों हों साधों बैर, हमरी भूम कौन घालै पैर। हंकार करदा है, अंदरों थोथा है। रब ने सब कुछ दिता ते दे रहा, कहंदा साडे ते नहीं किरपा करदा, बाकियां ते करी जांदा। अंदरों खाली है, तृप्त नहीं है, रज्या नहीं होया, पाउण दी इच्छा बनी रहिंदी है। सो साध संगत जी, कपट दीआं गंढां, ईरखा दीआं छिलतनां जिन्ना चिर तेरे जीवन च रहणगियां, तेरे अंदरों नाम दी गूंज नहीं पेगी। जपी जाएगा तोते दी रटन जबान दे उत्ते, तोता भी राम राम करी जा, उन्होंने पता राम हुंदा की है। इस करके सानू समझाया है कि जिहड़ा चंदन दा बूटा है सारे जंगल नूं चंदन कर दिंदा, पर बांस भी सुगंधी नहीं हुंदी है। पहला गुण उहदे विच इह है। ते दूजा, चंदन ठंडा हुंदा है, चंदन दी तसीर ठंडी हुंदी है। न शीतलंग चंद्र देव है, न शीतलंग बावन चंदन है, न शीतलंग शीत और तेन, नानक शीतलंग साध स्वजन है। चंदन चंद न सर्द रुत, मूल न मिटई काम, शीतल थी वह नानका जपंदड़ो हर नाम। ये चीज़ां ठंडियां ने, चंदन भी ठंडा है। कई महात्मा ने देखे तुसीं मत्थे च मलिया हुंदा है, बाहां ते लकीरां कड्डियां हुंदियां ने, छाती ते पैरां ਜਿਹੜੇ ਜ਼ਿਆਦਾ ਅਭਿਆਸ ਕਰਦੇ ਫਿਰ ਚੰਦਨ ਦਾ ਲੇਪ ਕਰਦੇ ਆ। ਚੰਦਨ ਠੰਡਾ ਹੁੰਦਾ ਹੈ, ਪਰ ਉਹਦੀ ਠੰਡ ਚਮੜੀ ਤੱਕ ਜਾਂਦੀ ਹੈ, ਮਨ ਨੂੰ ਠੰਡਾ ਨਹੀਂ ਚੰਦਨ ਕਰ ਸਕਦਾ। ਮਨ ਨੂੰ ਠੰਡਾ ਤਾਂ ਪਰਮਾਤਮਾ ਦਾ ਨਾਮ ਜਪ ਕੀ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਸੂਰੇ, ਸੋ ਪ੍ਰਭ ਚਿਤ ਨਾਵੇ बिस्टा के कीरे, बिन हर नाम न शांत होए, कित बिद मन तीरे। जे मन नूं टिका सकदा है, मन शांत हो सकदा है, जिहड़ा हर वेले सड़दा बलदा रहिंदा है, तां केवल परमात्मा दा नाम जप के क्या रहा उसको मिलने से, जिसको चैन मन का मिल गया। पर साध संगत जी, विद्वान कहंदे ने चंदन हर जंगल च नहीं हुंदा, गज गज में मोती नहीं, गिर गिर मानक नाहीं, चंदन तर बन बन नहीं, साधना पुर पुर माही। हर एक पहाड़ विच मानक मोती नहीं हुंदे, किसे किसे पहाड़ विच मानक मोतियां दी खान हुंदी है। जिहड़ा खनवारा हुंदा है, जिहो जिहा काम करदा है कोहो जिहा ना पै जांदा है। लकड़ी दी काम करदा उहनूं तरखान कहंदे ने, लोहे दा काम करदा लोहार कहंदे ने उहनूं, ते जमीन का काम करना गया जिमीदार कहन लग गए उन्होंने। जिहड़ा वो लभदा है ना मानक मोती, उन्होंने खनियारा कहंदे ने। भाई गुरदास जी ने भी खनियारा ही लिखिया होया। वो ठोकर ठोकर के पहाड़ नूं देखदा है, जिहड़ा विचों खाली लगदा उहदे उत्ते रखदा, फिर छैणी मार के थौड़ा पहलां उहदा सीना भन्न दिंदा है। भाई गुरदास जी कहंदे ने अपना सीना बना के ते बड़े मानक मोती दे दिंदा परोपकार। इसे तरह ये रब दे प्यारे लोकां तो चंगा माड़ा उच्चे नीवें बचन खवा लेंदे ने, फिर उन्हां दा भला करदे ने। भाई गुरदास जी दे बचन ने, सफल बिरख फल देत जो पखान मारे, सिर करवत सह गह पार पार है। सागर में काट मुख फोरियत सीप को ज्यों, देत मुक्ताल अवज्ञा ना विचार है। जैसे खनवारा खान खनत हनत,
कन मानक हीरा मोल परोपकार है, ऊख में पीयूख जो प्रकाश होत कोलू पचे। अवगुण किए गुण साधन के द्वार है। लोकी निंदिया करते ने, बैर विरोध करते ने, पर रब दे प्यारे फिर ਜਿਹੜਾ ਇਹਨੂੰ ਡਾਂਗਾ ਮਾਰ ਦੇਣ, ਉਹ ਕਹਿੰਦਾ ਲੰਗਰ ਤਾਂ ਛਕ ਲੈ, ਫਿਰ ਮਾਰ ਲਈ ਬਿਨਾਂ ਸ਼ੱਕ। ਜਿਹੜਾ ਇਹਨੂੰ ਤੇ ਗੋਲੀ ਚਲਾਉਂਦਾ ਹੈ, ਉਹਨੂੰ ਕਹਿੰਦਾ ਪਹਿਲਾਂ ਲੰਗਰ ਛਕ ਲੈ, ਫਿਰ ਗੋਲੀ ਚਲਾਈ ਬਿਨਾਂ ਸ਼ੱਕ। ਇਹ ਗੁਰੂ ਨਾਨਕ ਦੇ ਘਰ ਦੇ ਸਾਧ ਸੰਗਤ ਜੀ ਚਲਾਏ ਹੋਏ ਲੰਗਰ ਜਿੰਨਾ ਚਿਰ ਸੰਸਾਰ ਰਹਿਣਗੇ ਚੱਲਦੇ ਰਹਿਣਗੇ। ਪਰਉਪਕਾਰ ਕੀਤਾ ਸਾਡੇ ਉੱਤੇ। ਆ ਜਿਹੜਾ ਤੁਸੀਂ ਕੀਰਤਨ ਦਾ ਆਨੰਦ ਮਾਣ ਰਹੇ ਹੋ, ਸਭ ਥਾਂ ਤੇ, ਸਭ ਘਰਾਂ 'ਚ, ਗੁਰੂ ਘਰਾਂ 'ਚ ਆਪਾਂ ਕੀਰਤਨ ਦਾ ਆਨੰਦ ਮਾਣਦੇ। ਇਹ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਾਡੇ ਤੇ ਪਰਉਪਕਾਰ ਕੀਤਾ। ਬਗਦਾਦ ਦੇ ਵਿੱਚ ਪੱਥਰ ਮਾਰਨ ਆਏ ਲੋਕ, ਤੁਸੀਂ ਕੀਰਤਨ ਕਿਉਂ ਕਰਦੇ? ਲੋਕਾਂ ਤੋਂ ਪੱਥਰ ਖਾ ਕੇ, ਉੱਚੇ ਨੀਵੇਂ ਅਖਵਾ ਕੇ, ਇਹ ਸਾਡੇ ਤੇ ਕੀਤੇ ਪਰਉਪਕਾਰ ਨੇ। ਆ ਜਿਹੜੀਆਂ ਸਾਡੇ ਸਿਰ ਤੇ ਦਸਤਾਰਾਂ ਸਜਾਈਆਂ ਤੇ ਸਰਦਾਰ ਜੀ ਨਾ ਲੱਗਿਆ। ਸਰਦਾਰ ਵੈਸੇ ਮਾਲਕ ਨੂੰ ਕਹਿੰਦੇ ਨੇ। ਤੈਨੂੰ ਮਾਲਕ ਬਣਾਇਆ, ਪਰ ਬਣਾਇਆ ਕਿਵੇਂ? ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਉਹਨਾਂ ਦੇ ਕੀਤੇ ਪਰਉਪਕਾਰ ਸਦਾ ਹੀ ਯਾਦ ਰੱਖਣੇ ਚਾਹੀਦੇ। ਇਹ ਮਹਾਂਪੁਰਸ਼ ਉਦਮ ਉਪਰਾਲਾ ਕਰਦੇ ਆ, ਅਸੀਂ ਵਿਸਲੇ ਨਾ ਹੋ ਜਾਈਏ, ਭੁੱਲ ਨਾ ਜਾਈਏ ਉਹਨਾਂ ਦੇ ਦੱਸੇ ਪਰਉਪਕਾਰਾਂ ਨੂੰ ਯਾਦ ਕਰਾਉਣ ਵਾਸਤੇ ਕਿ ਸਾਡੀ ਸਿਮਰਤੀ 'ਚ ਰਹੇ। ਅਸੀਂ ਉਹਨਾਂ ਦੇ ਗੁਰੂ ਦੇ ਉਪਦੇਸ਼ ਤੇ ਚੱਲੀਏ। ਸਤਿਪੁਰਸ਼ਾਂ ਦਾ ਕੋਈ ਆਪਣਾ ਮਾਰਗ ਨਹੀਂ ਹੁੰਦਾ। ਅਖੰਡ ਪਾਠ ਸਾਹਿਬ, ਸਪਤਾਹ ਪਾਠ ਬਾਣੀ ਦੇ, ਲੰਗਰ ਗੁਰੂ ਦਾ, ਕਥਾ ਕੀਰਤਨ ਬਾਣੀ ਦਾ, ਵਿਚਾਰ ਗੁਰੂ ਦੀ ਹੋ ਰਹੀ ਹੈ। ਕਿਉਂਕਿ ਜਿਹੜਾ ਜੁੜਿਆ ਹੁੰਦਾ ਜੋੜ ਸਕਦਾ ਸਾਧ ਸੰਗਤ। ਜਿਹੜਾ ਪੜ੍ਹਿਆ ਹੁੰਦਾ ਦੂਜੇ ਨੂੰ ਪੜ੍ਹਾ ਸਕਦਾ ਚਾਰ ਅੱਖਰ। ਜੁੜਿਆ ਹੋਇਆ ਹੀ ਜੋੜ ਸਕਦਾ। ਜੋੜ ਨਹਾਰੋ ਸੰਤ ਨਾਨਕ ਪਾਧਰ ਪਦਰੋ। ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਇਹ ਹਰ ਵੇਲੇ ਕਮਰ ਕੱਸੇ ਕਰੀ ਰੱਖਦੇ ਆ, ਇਲਾਕੇ ਦੇ ਭਲੇ ਵਾਸਤੇ, ਗੁਰਮਤਿ ਦੇ ਪ੍ਰਚਾਰ ਵਾਸਤੇ। ਸੋ ਕਈ ਵਾਰੀ ਆਪਸ ਮਿਲੇ, ਕਿਉਂਕਿ ਗੁਰਮੁਖਾਂ ਦੀ ਸਾਂਝ ਗੁਣਾਂ ਦੀ ਹੁੰਦੀ ਹੈ। ਦੁਨੀਆ ਦੀ ਰਿਸ਼ਤੇਦਾਰੀਆਂ ਲੈਣ ਦੇਣ ਦੀਆਂ ਹੁੰਦੀਆਂ। ਜਦੋਂ ਲੈਣ ਦੇਣ 'ਚ ਫਰਕ ਆਇਆ ਤੇ ਰਿਸ਼ਤੇਦਾਰੀ ਨੂੰ ਫਤਿਹ ਬੁਲਾ ਜਾਂਦੇ ਆ। ਪਰ ਗੁਰਸਿੱਖਾਂ ਦੀ, ਗੁਰਮੁਖਾਂ ਦੀ ਸਾਂਝ ਕੀਜੈ ਗੁਣੇ ਕੇਰੀ, ਛਾੜ ਡਬ ਗੁਣ ਚੱਲੀ ਹੈ। ਸੋ ਅੱਜ ਇਹਨਾਂ ਨੇ ਸਾਡੇ ਤੇ ਵੀ ਪਰਉਪਕਾਰ ਕੀਤਾ ਹੈ। ਰੱਬ ਵਰਗੀ ਸੰਗਤ ਦੇ ਕਿੰਨੀ ਟਿਕਾ ਨਾਲ, ਪ੍ਰੇਮ ਨਾਲ ਬੈਠੀ ਸੰਗਤ। ਪ੍ਰੇਮ ਹੈ, ਮਿਲੀ ਹੋਈ ਸੇਧ ਹੈ ਗੁਰਮੁਖਾਂ ਤੋਂ। ਸਾਨੂੰ ਵੀ ਦਰਸ਼ਨ ਕਰਾਏ ਸੱਚੇ ਪਾਤਸ਼ਾਹ ਦੇ, ਗੁਰੂ ਕੀ ਸੰਗਤ ਦੇ, ਮਹਾਂਪੁਰਸ਼ਾਂ ਦੇ ਸਥਾਨਾਂ ਦੇ। ਸੋ ਗੁਰੂ ਕਿਰਪਾ ਕਰੇ ਇਹਨਾਂ ਮਹਾਂਪੁਰਸ਼ਾਂ ਦੇ ਸਿਰ ਤੇ ਸਦਾ ਹੀ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਸਿੱਖੀ ਦਾ, ਗੁਰਮਤਿ ਦਾ, ਨਾਮ ਬਾਣੀ ਦਾ ਪ੍ਰਚਾਰ ਕਰਦੇ ਰਹਿਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।